ਔਰ ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ ਦਾ ਇੱਕ ਨਵਾਂ ਰੂਪ ਵੀ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਸਿੱਖਾਂ ਦੇ ਵਿੱਚ ਬੜੀ ਜਾਗਰੂਕਤਾ ਸੀ ਔਰ ਇਹਦੇ ਜਿਹੜੇ ਲੀਡਰ ਸੀ ਉਸ ਵਕਤ ਉਹ ਪੜ੍ਹੇ ਲਿਖੇ ਲੋਕ ਸਨ, ਜਿਨ੍ਹਾਂ ਨੂੰ ਗੁਰਮਤ ਦੀ ਸੋਝੀ ਵੀ ਸੀ, ਗੁਰਮਤ ਦਾ ਗਿਆਨ ਵੀ ਸੀ ਔਰ ਉਹਨਾਂ ਨੇ ਇਸ ਚੀਜ਼ ਦਾ ਪ੍ਰਚਾਰ ਵੀ ਕੀਤਾ ਸੀ। ਲੈਣ ਵਾਸਤੇ ਇੱਕ ਵੋਲੰਟੀਅਰ ਫੋਰਸ ਦੀ ਜ਼ਰੂਰਤ ਸੀ ਔਰ ਉਹ ਵੋਲੰਟੀਅਰ ਫੋਰਸ ਜਿਹੜੀ ਤਿਆਰ ਕੀਤੀ ਗਈ ਸੀ ਉਹ ਸ਼੍ਰੋਮਣੀ ਅਕਾਲੀ ਦਲ ਸੀ। ਸੋ ਅਕਾਲੀ ਦਲ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀ ਉਪਜ ਹੈ। ਅੱਜ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ 'ਚ ਤੇ ਉਸ ਟਾਈਮ ਦੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਲ 'ਚ ਕੀ ਫਰਕ ਹੈ? ਜਿਸ ਭਾਵਨਾ ਦੇ ਨਾਲ ਇਹ ਲਹਿਰ ਚੱਲੀ ਸੀ, ਅੱਜ ਉਸ ਭਾਵਨਾ ਨੂੰ ਸੁਰਜੀਤ ਕਰਨ ਦੀ ਜ਼ਰੂਰਤ ਹੈ। ਅੱਜ ਪਹਿਲਾ ਸਵਾਲ ਹੁੰਦਾ ਮੈਨੂੰ ਕੀ ਦਿਓਗੇ, ਔਰ ਪਹਿਲੀ ਭਾਵਨਾ ਇਹ ਸੀ ਕਿ ਮੈਂ ਕੌਮ ਲਈ ਕੁਰਬਾਨ ਹੋਣਾ। ਇੰਨਾ ਕੀ ਫਰਕ ਹੈ? ਬਿਲਕੁਲ ਨਿਗਾਰ ਹੈ ਜੀ, ਕਿਉਂਕਿ ਜਿੰਨਾ ਅਸੀਂ ਪਿਛਲੇ ਸਮਿਆਂ ਦੇ ਵਿੱਚ ਪ੍ਰਧਾਨਾਂ ਦੀ ਕਾਰਜਸ਼ੈਲੀ ਦੇਖੀ ਹੈ, ਉਹਨਾਂ ਵਿੱਚ ਹੌਲੀ ਹੌਲੀ ਜਿਹੜੇ ਸਿਆਸੀ ਮੁਫਾਦ ਹਨ ਉਹ ਹਾਵੀ ਹੁੰਦੇ ਰਹੇ ਔਰ ਧਰਮ ਪਿੱਛੇ ਹੁੰਦਾ ਰਿਹਾ। ਅੱਜ ਪੈਸਾ ਪ੍ਰਧਾਨ ਮਾਹੌਲ ਹੈ। ਅੱਜ ਅੱਗੇ ਨਿਰਮਾਣਤਾ ਵੱਲ ਉਤਸ਼ਾਹਿਤ ਕੀਤਾ ਜਾਂਦਾ ਸੀ, ਅੱਜ ਹਉਮੈ ਜਿਹੜੀ ਹੈ ਉਹ ਬੜੀ ਪ੍ਰਬਲ ਹੋ ਗਈ ਹੈ। ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹਨੂੰ ਸੌਦੇ ਸਾਧ ਨੂੰ ਮਾਫੀ ਦਿੱਤੀ ਗਈ, ਜਿਹੜਾ ਸ਼੍ਰੋਮਣੀ ਕਮੇਟੀ ਨੇ ਉਹਦੀ ਪ੍ਰੋੜਤਾ ਕਰਦਾ ਇਸ਼ਤਿਹਾਰ ਦਿੱਤਾ, ਉਸ ਤੋਂ ਬਾਅਦ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਬੀੜਾ ਘਟਣ ਦੀ ਸ਼੍ਰੋਮਣੀ ਕਮੇਟੀ ਰਿਕਾਰਡ ਦੇ ਵਿੱਚ ਗੱਲ ਆਈ, ਇਹ ਸਾਰੀਆਂ ਗੱਲਾਂ ਨੇ ਰਲ ਮਿਲ ਕੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਹੈ ਔਰ ਜਿਸਨੇ ਗੁਰੂ ਦੀ ਗੱਲ ਕਰਨੀ ਸੀ ਉਹਨੂੰ ਹੀ ਬੇਗੁਰਾ ਕਰ ਦਿੱਤਾ ਹੈ, ਨਿਗੁਰਾ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਵਰ੍ਹਿਆਂ ਦੀ ਹੋ ਗਈ ਹੈ ਤਾਂ ਕਿ ਬੜੀ ਕੁਰਬਾਨੀਆਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਤਾਂ ਇਸ 100 ਸਾਲਾਂ ਦੇ ਇਤਿਹਾਸ 'ਚ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਕੰਮ ਕੀਤੇ ਤੇ ਜਦੋਂ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ ਤੇ ਕੀ ਚੈਲੰਜਸ ਸੀਗੇ, ਇਸ ਬਾਰੇ ਅੱਜ ਅਸੀਂ ਜਾਗਰੂਕ ਕਰਨ ਵਾਸਤੇ ਤੁਹਾਨੂੰ ਆਏ ਹਾਂ। ਤਾਂ ਬੀਬੀ ਕਿਰਨਜੋਤ ਕੌਰ ਜੋ ਕਿ ਮੈਂਬਰ ਨੇ SGPC ਦੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਬੀਬੀ ਜੀ ਮਾਸਟਰ ਤਾਰਾ ਸਿੰਘ ਜੀ ਦੇ ਦੋਤੀ ਨੇ ਔਰ ਇੱਕ ਲੰਬਾ ਇਤਿਹਾਸ ਜਿਹੜਾ ਹੈ ਇਹਨਾਂ ਦੇ ਨਾਮ ਨਾਲ ਚੱਲ ਰਿਹਾ ਹੈ, ਤਾਂ ਕੁਝ ਝਾਤ ਪਾਵਾਂਗੇ ਪੁਰਾਣੀਆਂ ਚੀਜ਼ਾਂ ਤੇ ਪੁਰਾਣੀਆਂ ਗੱਲਾਂ ਤੇ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ, ਕੀ ਪਹਿਲਾ ਇਤਿਹਾਸ ਸੀ ਜਿਹੜਾ ਸਵਰਨਤਮ ਇਤਿਹਾਸ ਦੀ ਗੱਲ ਕੀਤੀ ਜਾਂਦੀ, ਕਿਉਂਕਿ ਜਦੋਂ ਹੋਂਦ 'ਚ ਆਈ ਸੀ ਤਾਂ ਬਹੁਤ ਵੱਡਾ ਇੱਕ ਕਾਮਯਾਬੀ ਕਹੀ ਜਾਂਦੀ ਸੀ ਸਿੱਖ ਕੌਮ ਵਾਸਤੇ, ਤੇ ਕੀ ਸੀਗਾ ਉਹ ਇਤਿਹਾਸ ਤੇ ਅੱਜ ਕੀ ਉਹਦੇ 'ਚ ਜਿਹੜੀਆਂ ਚੇਂਜਿੰਗ ਆਈਆਂ ਨੇ? ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤੇ ਉਸ ਵਕਤ ਸਿੱਖਾਂ ਦੀ ਗਿਣਤੀ ਬਹੁਤ ਘਟ ਗਈ ਔਰ ਬੜੀਆਂ ਗੈਰ ਸਿੱਖ ਜਿਹੜੀਆਂ ਰਵਾਇਤਾਂ ਸੀ ਉਹ ਸਿੱਖੀ ਵਿੱਚ ਆ ਗਈਆਂ। ਹੁਣ ਜਿਹੜੇ ਗੁਰਦੁਆਰੇ ਸੀ ਉਹ ਗੁਰਦੁਆਰੇ ਮਹੰਤਾਂ ਦੇ ਹੱਥ ਵਿੱਚ ਸੀ ਔਰ ਮਹੰਤਾਂ ਨੇ ਉਹਨਾਂ ਨੂੰ ਆਪਣੀ ਨਿੱਜੀ ਸੰਪਤੀ ਬਣਾ ਲਿਆ ਹੋਇਆ ਸੀ, ਜਦਕਿ ਗੁਰਦੁਆਰਾ ਕੌਮ ਦਾ ਹੁੰਦਾ ਹੈ, ਪੰਥ ਦਾ ਹੁੰਦਾ ਹੈ, ਕਿਸੇ ਦੀ ਨਿੱਜੀ ਸੰਪਤੀ ਨਹੀਂ ਹੁੰਦੀ। ਫਿਰ ਸਿਰਫ ਇਹ ਨਹੀਂ ਕਿ ਨਿੱਜੀ ਸੰਪਤੀ ਬਣਾ ਲਈ, ਗੁਰਦੁਆਰੇ ਦੇ ਵਿੱਚ ਅਜਿਹੀਆਂ ਸ਼ਰਮਨਾਕ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਜਿਹਦੇ ਉੱਪਰ ਸਭ ਨੂੰ ਇਤਰਾਜ਼ ਸੀ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹੋ ਜਿਹਾ ਸਮਾਂ ਵੀ ਸੀ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਇੱਕ ਔਰਤ ਦਾ ਜਾਣਾ ਸੇਫ ਨਹੀਂ ਸੀ। ਇਸ ਕਿਸਮ ਦਾ ਗਲਤ ਐਲੀਮੈਂਟ ਜਿਹੜਾ ਉਹ ਹਾਵੀ ਹੋ ਚੁੱਕਾ ਹੋਇਆ ਸੀ। ਸੋ ਉਸ ਵਕਤ ਜਿਹੜੀ ਇੱਕ ਸਿੱਖ ਜਾਗਰਤੀ ਲਹਿਰ ਚੱਲੀ, ਜਿਹਨੂੰ ਕਿ ਅਸੀਂ ਸਿੰਘ ਸਭਾ ਲਹਿਰ ਦੇ ਨਾਂ ਨਾਲ ਜਾਣਦੇ ਹਾਂ, ਉਹਦੇ ਵਿੱਚ ਜਿੱਥੇ ਆਪਣੇ ਗੁਰਮਤ ਸਿਧਾਂਤ ਔਰ ਸਿੱਖੀ ਨੂੰ ਦੁਬਾਰਾ ਨਵੇਂ ਸਿਰਿਓਂ ਇੱਕ ਨੌਜਵਾਨਾਂ ਨੇ ਸ਼ੁਰੂ ਕੀਤਾ ਔਰ ਇੱਕ ਮੁਹਿੰਮ ਚਲਾਈ, ਜਿਹਦੇ ਨਾਲ ਫਿਰ ਹੌਲੀ ਹੌਲੀ ਕੌਮ ਜੁੜਦੀ ਗਈ ਔਰ ਇਹ ਸਿੱਖ ਜਾਗਰਤੀ ਲਹਿਰ, ਇਹ ਸਿੰਘ ਸਭਾ ਲਹਿਰ ਦੀ ਉਪਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਔਰ ਤੁਸੀਂ ਦੇਖੋ ਉਸ ਸਮੇਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਮਹੰਤ ਜਿਹੜੇ ਸੀ ਉਹਨਾਂ ਦੀ ਸਪੋਰਟ ਕਰਦੇ ਸੀ ਅੰਗਰੇਜ਼, ਕਿਉਂਕਿ ਅੰਗਰੇਜ਼ਾਂ ਵਾਸਤੇ ਬੜਾ ਆਸਾਨ ਸੀ ਕਿ ਜਦੋਂ ਸਿੱਖ ਧਾਰਮਿਕ ਸਥਾਨਾਂ ਦੇ ਉੱਪਰ ਉਹਨਾਂ ਦੇ ਆਪਣੇ ਬੰਦੇ ਬੈਠੇ ਹੋਏ ਤੇ ਉਹ ਕੌਮ ਨੂੰ ਕਿਸੇ ਵੀ ਗਲਤ ਤਰ੍ਹਾਂ ਦੇ ਸੰਦੇਸ਼ ਦੇ ਸਕਦੇ ਸੀ। ਜਿਸ ਤਰ੍ਹਾਂ ਕਿ ਇੱਕ ਮਿਸਾਲ ਜਦੋਂ ਜਲਿਆਂਵਾਲਾ ਬਾਗ ਜਨਰਲ ਡਾਇਰ ਨੇ ਕੀਤਾ ਤੇ ਉਸ ਵੇਲੇ ਜਿਹੜਾ ਜਥੇਦਾਰ ਅਕਾਲ ਤਖਤ ਅਰੂੜ ਸਿੰਘ ਸੀ ਉਹਨੇ ਜਨਰਲ ਡਾਇਰ ਦਾ ਸਵਾਗਤ ਕੀਤਾ ਸੀ ਕਿ ਤੂੰ ਬੜਾ ਚੰਗਾ ਕੰਮ ਕੀਤਾ। ਸੋ ਇਸ ਲਈ ਸਿੱਖਾਂ ਨੂੰ ਮਹਿਸੂਸ ਹੋਇਆ ਕਿ ਆਪਣੇ ਗੁਰਦੁਆਰੇ ਜਿਹੜੇ ਨੇ ਉਹ ਕੌਮ ਦੇ ਰਾਹੀਂ
ਇਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਔਰ ਕੌਮ ਦੀ ਮਲਕੀਅਤ ਹਨ, ਇਹਨਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਹੀ ਇਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸੋ ਉਸ ਆਜ਼ਾਦੀ ਦੀ ਜਦੋਜਹਿਦ ਔਰ ਗੁਰਦੁਆਰਿਆਂ ਨੂੰ ਆਜ਼ਾਦ ਕਰਨ ਦੀ ਜਦੋਜਹਿਦ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ। ਜਦੋਂ ਨਨਕਾਣਾ ਸਾਹਿਬ ਦਾ ਗੁਰਦੁਆਰਾ ਲੈਣ ਗਏ ਉਸ ਵਕਤ ਸਰਕਾਰ ਨੇ ਮਹੰਤ ਨਰੈਣੂ ਮਹੰਤ ਦਾ ਸਾਥ ਦਿੱਤਾ। ਉਸ ਵਕਤ ਬਹੁਤ ਸਿੱਖਾਂ ਨੂੰ ਉੱਥੇ ਕਤਲ ਕੀਤਾ ਗਿਆ, ਜਿੰਦਾ ਵੀ ਜਲਾਏ ਗਏ। ਕਈ ਮੋਰਚੇ ਹੋਏ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਜੈਤੋ ਦਾ ਮੋਰਚਾ ਵੀ ਇਹਦੇ ਵਿੱਚ ਬੜਾ ਵਰਣਨਯੋਗ ਹੈ। ਔਰ ਇਹੋ ਜਿਹੀਆਂ ਕੁਰਬਾਨੀਆਂ ਕਰਕੇ ਸਿਰਫ ਸ਼ਹੀਦੀਆਂ ਨਹੀਂ ਦਿੱਤੀਆਂ, ਜਨਾਨੀਆਂ ਆਪਣੇ ਬੱਚੇ ਲੈ ਕੇ ਜੇਲ੍ਹਾਂ ਦੇ ਵਿੱਚ ਜਾਂਦੀਆਂ ਹੁੰਦੀਆਂ ਸੀ ਇਸ ਵਿਰੋਧ ਦੇ ਵਿੱਚ ਕਿ ਜਿਹੜੇ ਮਹੰਤ ਗੁਰਦੁਆਰੇ ਵਿੱਚ ਹਨ ਉਹਨਾਂ ਤੋਂ ਗੁਰਦੁਆਰੇ ਆਜ਼ਾਦ ਕੀਤੇ ਜਾਣ। ਸੋ ਇਹ ਜਿਹੜਾ ਸੀ ਇਸ ਨੇ ਇੱਕ ਜਜ਼ਬਾ ਸਿੱਖਾਂ ਵਿੱਚ ਪੈਦਾ ਕੀਤਾ ਔਰ ਸਿੱਖ ਸ਼ਕਤੀ ਸਮਝੋ ਇੱਕ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਵਿੱਚ ਆਈ ਹੈ ਉੱਥੇ ਕੇਂਦਰਿਤ ਹੋ ਗਈ। ਔਰ ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ ਦਾ ਇੱਕ ਨਵਾਂ ਰੂਪ ਵੀ ਸੀ। ਤਾਂ ਇਸ ਤਰ੍ਹਾਂ ਕਰਾ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਦਾ ਕਿਸ ਤਰ੍ਹਾਂ ਰੋਲ ਰਿਹਾ? ਕਿਹਾ ਜਾਂਦਾ ਇੱਕ ਵੱਡਾ ਨਾਮ ਹੈ ਮਾਸਟਰ ਤਾਰਾ ਸਿੰਘ ਜੀ। ਮਾਸਟਰ ਜੀ ਨੇ ਆਪਣੀ ਗ੍ਰੈਜੂਏਸ਼ਨ ਖਾਲਸਾ ਕਾਲਜ ਕਰਨ ਤੋਂ ਬਾਅਦ ਬੀਟੀ ਲਾਹੌਰ ਕਾਲਜ ਤੋਂ ਕੀਤੀ ਤੇ ਉਹਨਾਂ ਨੇ ਆਪਣਾ ਕਿੱਤਾ ਤਾਂ ਐਜ਼ ਅ ਟੀਚਰ ਚੁਣਿਆ ਸੀ ਤੇ ਬੀਟੀ ਕਰਨ ਤੋਂ ਬਾਅਦ ਉਹ ਸਿੱਧਾ ਹੈਡਮਾਸਟਰ ਲੱਗੇ ਸੀ ਸਕੂਲ ਦੇ ਵਿੱਚ। ਪਰ ਕਿਉਂਕਿ ਉਹ ਆਪਣੇ ਵਾਸਤੇ ਧਰਮ ਆਪਣਾ ਅਵਲ ਦੋਮ ਔਰ ਅਵਲ ਧਰਮ ਹੀ ਆਪਣਾ ਸਭ ਕੁਝ ਸਮਝਦੇ ਸੀ। ਸੋ ਇਹ ਉਹਨਾਂ ਦੀ ਇੱਕ ਧਾਰਮਿਕ ਭਾਵਨਾ ਸੀ ਜਿਹਦੇ ਵਿੱਚ ਉਹ ਪੰਥਕ ਬਹਾਵ ਦੇ ਵਿੱਚ ਵਹਿੰਦੇ ਗਏ। ਉਹਨਾਂ ਨੇ ਸ਼ੁਰੂ ਤੋਂ ਬੜੇ ਸਰਗਰਮ ਰਹੇ। ਭਾਵੇਂ ਜਦੋਂ ਕਾਲਜ ਵਿੱਚ ਸੀ ਉਸ ਵਕਤ ਸਾਈਮਨ ਕਮਿਸ਼ਨ ਆਇਆ ਸੀ, ਉਹਦੇ ਖਿਲਾਫ ਭਾਵੇਂ ਵਿਰੋਧ ਸੀ, ਭਾਵੇਂ ਜਦੋਂ ਮਾਸਟਰ ਤਾਰਾ ਸਿੰਘ ਐਜ਼ ਅ ਟੀਚਰ ਐਜ਼ ਅ ਹੈਡ ਮਾਸਟਰ ਕੰਮ ਕਰ ਰਹੇ ਸੀ, ਉਦੋਂ ਵੀ ਜਦੋਂ ਇਹ ਪੰਥਕ ਗਤੀਵਿਧੀਆਂ ਹੁੰਦੀਆਂ ਸੀ ਉਹਦੇ ਵਿੱਚ ਹਿੱਸਾ ਲੈਂਦੇ ਸੀ। ਪਰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਾਰਾ ਸਮਾਂ ਜਿਹੜਾ ਹੈ ਉਹ ਇਸ ਸਿੰਘ ਸਭਾ ਔਰ ਇਸ ਲਹਿਰ ਦੇ ਵਿੱਚ ਲਗਾ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਜਿਹੜਾ ਪ੍ਰੋਫੈਸ਼ਨਲ ਕੀਤਾ ਸੀ ਉਹ ਛੱਡ ਦਿੱਤਾ, ਪਰ ਮਾਸਟਰ ਉਹਨਾਂ ਦੇ ਨਾਲ ਨਾਲ ਲੱਗਾ ਰਹਿ ਗਿਆ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਫੀ ਕੁਰਬਾਨੀਆਂ ਤੋਂ ਬਾਅਦ ਹੋਂਦ ਚਾਹੀ, ਤਾਂ ਜਦੋਂ ਗਠਨ ਕੀਤਾ ਗਿਆ ਐਸਜੀਪੀਸੀ ਦਾ ਕਿਹੜੇ ਪ੍ਰਧਾਨ ਪਹਿਲੇ ਬਣੇ ਤੇ ਕਿਸ ਤਰ੍ਹਾਂ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਹੈ ਉਹਨੂੰ ਚੁਣਿਆ ਗਿਆ, ਉਹਦੇ ਬਾਰੇ ਅਸੀਂ ਚਾਹਾਂਗੇ ਕੁਝ ਦੱਸੋ ਸਾਨੂੰ। ਜਦੋਂ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲੇ ਜਦੋਂ ਇਹ ਸਿੱਖਾਂ ਦੇ ਵਿੱਚ ਵਿਚਾਰ ਚੱਲ ਰਹੀ ਸੀ ਕਿ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾ ਕੇ, ਤੇ ਹੁਣ ਅਗਲਾ ਸਵਾਲ ਸੀ ਕਿ ਇਹਨਾਂ ਦਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤਾ ਜਾਏ। ਉਸ ਪ੍ਰਬੰਧ ਵਾਸਤੇ ਫਿਰ ਵਿਚਾਰਾਂ ਹੁੰਦੀਆਂ ਰਹੀਆਂ। ਉਹਦੇ ਵਿੱਚ ਜਦੋਂ ਸਿੱਖਾਂ ਨੇ ਆਪਣੀ ਕਮੇਟੀ ਬਣਾਉਣੀ ਚਾਹੀ ਤਾਂ ਸਰਕਾਰ ਨੇ ਪਹਿਲਾਂ ਆਪਣੀ 36 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ। ਸਿੱਖਾਂ ਨੇ ਜਦੋਂ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਬੁਲਾਈ ਹੋਈ ਸੀ ਔਰ ਉੱਥੇ ਜਦੋਂ ਇਹਨਾਂ ਨੇ ਇਹ ਤੈਅ ਕੀਤਾ ਕਿ ਵੱਖੋ ਵੱਖ ਇਲਾਕਿਆਂ ਦੇ ਵੱਖੋ ਵੱਖ ਉਹਨਾਂ ਨੇ ਨੁਮਾਇੰਦੇ ਚੁਣੇ, ਤਾਂ ਉਹਦੇ ਵਿੱਚ ਜਿਹੜੀ ਸਰਕਾਰੀ ਕਮੇਟੀ ਸੀ ਉਸ ਦੇ ਬਾਰੇ ਵੀ ਬੜੀ ਵਿਚਾਰ ਚਰਚਾ ਹੋਈ, ਪਰ ਉਹਨਾਂ ਨੇ ਫਿਰ ਅਖੀਰ ਉਹ ਸਰਕਾਰੀ ਕਮੇਟੀ ਵੀ ਵਿੱਚ ਸ਼ਾਮਲ ਕਰ ਲਈ। ਔਰ ਉਸ ਤੋਂ ਬਾਅਦ ਜਦੋਂ 1925 ਦਾ ਐਕਟ ਬਣਿਆ, ਉਸ ਤੋਂ ਪਹਿਲੇ ਜਿਹੜਾ ਇਹ ਖਰੜਾ ਸੀ ਉਹ ਅੰਗਰੇਜ਼ਾਂ ਨੇ ਜਿਹੜੇ ਅਕਾਲੀ ਲੀਡਰ ਉਸ ਵਕਤ ਜੇਲ੍ਹਾਂ 'ਚ ਸੀ, ਕਿਉਂਕਿ ਹਾਲੇ ਉਹ ਲਹਿਰ ਤਾਂ ਚੱਲ ਰਹੀ ਸੀ, ਤੇ ਉਹਨਾਂ ਤੇ ਸ਼ਰਤ ਰੱਖੀ ਕਿ ਇਹ ਜਿਹੜਾ ਖਰੜਾ ਸਿੱਖ ਗੁਰਦੁਆਰਾ ਐਕਟ 1925 ਹੈ, ਤੁਸੀਂ ਲਿਖਤੀ ਦਿਓ, ਤੁਹਾਨੂੰ ਪ੍ਰਵਾਨ ਹੈ ਤੇ ਤੁਹਾਨੂੰ ਜੇਲ੍ਹ ਤੋਂ ਆਜ਼ਾਦ ਕਰ ਦਿਆਂਗੇ। ਪਰ ਮਾਸਟਰ ਜੀ ਦਾ ਇਹ ਮੰਨਣਾ ਸੀ ਕਿ ਜਦੋਂ ਅਸੀਂ ਇਹਨਾਂ ਗੱਲਾਂ ਉੱਪਰ ਸਹਿਮਤ ਹੋ ਗਏ ਹਾਂ ਤੇ ਤੁਸੀਂ ਸਾਡੀ ਅਣਖ ਨੂੰ ਵੰਗਾਰ ਰਹੇ ਹੋ ਕਿ ਵੀ ਸਾਨੂੰ ਨੀਵਾਂ ਦਿਖਾਉਣ ਵਾਸਤੇ ਕਿ ਵੀ ਪਹਿਲੇ ਸਾਈਨ ਕਰੋ ਤੇ ਫਿਰ ਨਿਕਲੋ। 15 ਇਹੋ ਜਿਹੇ ਅਕਾਲੀ ਸੀ ਜਿਨ੍ਹਾਂ ਨੇ ਉਸ ਸਮੇਂ ਇਹ ਫੈਸਲਾ ਕੀਤਾ ਕਿ ਵੀ ਅਸੀਂ ਸਾਈਨ ਨਹੀਂ ਕਰਨੇ ਤੇ ਜੇਲ੍ਹ ਦੇ ਵਿੱਚ ਡੱਕਣਾ ਤੇ ਡੱਕੀ ਰੱਖੋ। ਉਹਨਾਂ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਵੀ ਸਨ। ਫਿਰ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਤੇਜਾ ਸਿੰਘ ਸਮੁੰਦਰੀ ਦਾ ਵੀ ਪਿੱਛੇ ਬਹੁਤ ਯੋਗਦਾਨ ਰਿਹਾ ਮੋਰਚਿਆਂ ਦੇ ਵਿੱਚ, ਔਰ ਉਹ ਅਜਿਹੀ ਸ਼ਖਸੀਅਤ ਸੀ ਜਿਨ੍ਹਾਂ ਦੀ ਆਪਣੀ ਨਿੱਜੀ ਪ੍ਰਾਪਰਟੀ ਜਿਹੜੀ ਸੀ ਉਹ ਵੀ ਉਹਨਾਂ ਨੇ ਕੌਮ ਦੇ ਲੇਖੇ ਲਾ ਦਿੱਤੀ ਸੀ। ਸੋ ਉਹ ਬੜੀ ਕੁਰਬਾਨੀ ਦੀ ਭਾਵਨਾ ਵਾਲੇ ਸ਼ਖਸ ਸਨ। ਤੇ ਫਿਰ ਜਦੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਹਾਲ ਬਣਿਆ, ਦਫ਼ਤਰ ਬਣਿਆ, ਹਾਲ ਬਣਿਆ, ਤੇ ਮਾਸਟਰ ਤਾਰਾ ਸਿੰਘ ਦੀ ਤਜਵੀਜ਼ ਦੇ ਉੱਪਰ ਇਸ ਦਾ ਨਾਂ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਗਿਆ, ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ। ਪਹਿਲੇ ਪ੍ਰਧਾਨ ਕਿਹੜੇ ਸੀਗੇ?
ਪਹਿਲੇ ਪ੍ਰਧਾਨ ਜਿਹੜੇ 1920 ਦੀ ਜਿਹੜੀ ਸਰਕਾਰੀ ਕਮੇਟੀ ਬਣੀ ਸੀ ਉਹਦੇ ਵਿੱਚ ਸਰ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ ਸੀ। ਪਰ ਜਦੋਂ 1925 ਦੇ ਵਿੱਚ ਗਠਨ ਹੋਇਆ ਤੇ ਪਹਿਲੇ ਬਾਬਾ ਖੜਕ ਸਿੰਘ ਸੀ। ਔਰ ਜੇ ਅਸੀਂ ਇੱਕ ਅਕਾਲੀ ਇਤਿਹਾਸ ਦੇਖੀਏ ਤੇ ਅਸੀਂ ਬਾਬਾ ਖੜਕ ਸਿੰਘ ਤੋਂ ਇਸ ਦੀ ਸ਼ੁਰੂਆਤ ਕਰਦੇ ਹਾਂ ਕਿ ਸਿੱਖ ਗੁਰਦੁਆਰਾ ਐਕਟ 1925 ਬਣਿਆ। ਉਹਦੇ ਵਿੱਚ ਜਿਹੜੀ ਇਲੈਕਸ਼ਨ ਪਹਿਲੀ ਹੋਈ ਔਰ ਉਸ ਇਲੈਕਸ਼ਨ ਦੇ ਵਿੱਚ ਬਾਬਾ ਖੜਕ ਸਿੰਘ ਜੀ ਪਹਿਲੇ ਪ੍ਰਧਾਨ ਸਨ। ਪਰ ਕਿਉਂਕਿ ਉਸ ਸਮੇਂ ਉਹ ਜੇਲ੍ਹ ਵਿੱਚ ਸੀ, ਮਾਸਟਰ ਤਾਰਾ ਸਿੰਘ ਮੀਤ ਪ੍ਰਧਾਨ ਸੀ ਤੇ ਉਹ ਐਕਟਿੰਗ ਪ੍ਰਧਾਨ ਫਿਰ ਬਣ ਗਏ। ਹਾਂਜੀ। ਪਰ ਉਸ ਵੇਲੇ ਕੀ ਕੁਝ ਇਸ ਤਰ੍ਹਾਂ ਦੇ ਨਿਯਮ ਬਣਾਏ ਗਏ ਸੀ ਜਿਸ ਨਾਲ ਕਿ ਆਖਿਆ ਜਾਂਦਾ ਹੈ ਕਿ ਦਸਵੰਧ ਕੱਢਣੀ ਜ਼ਰੂਰੀ ਹੈ, ਗੁਰੂ ਦਾ ਧਾਰਨੀ ਹੋਣਾ ਜ਼ਰੂਰੀ ਹੈ, ਕੇਸ਼ਾਧਾਰੀ ਹੋਣਾ ਜ਼ਰੂਰੀ ਹੈ? ਉਸ ਵੇਲੇ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਗਈਆਂ ਸੀ ਕਿ ਸਿੱਖੀ ਨੂੰ ਅੱਗੇ ਚਲਾਉਣ ਵਾਸਤੇ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਹੋਂਦ ਹੋ ਗਈ ਲੇਕਿਨ ਉਹਨੂੰ ਚਲਾਉਣ ਵਾਸਤੇ ਕਿਹੜੀ ਚੀਜ਼ਾਂ ਜਿਹੜੀਆਂ ਨੇ ਪ੍ਰਾਇੋਰਟੀ ਤੇ ਰੱਖੀਆਂ ਗਈਆਂ ਸੀ? ਦੇਖੋ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਸਿੱਖਾਂ ਦੇ ਵਿੱਚ ਬੜੀ ਜਾਗਰੂਕਤਾ ਸੀ। ਔਰ ਇਹਦੇ ਜਿਹੜੇ ਲੀਡਰ ਸੀ ਉਸ ਵਕਤ ਉਹ ਪੜ੍ਹੇ ਲਿਖੇ ਲੋਕ ਸਨ ਜਿਨ੍ਹਾਂ ਨੂੰ ਗੁਰਮਤ ਦੀ ਸੋਝੀ ਵੀ ਸੀ, ਗੁਰਮਤ ਦਾ ਗਿਆਨ ਵੀ ਸੀ ਔਰ ਉਹਨਾਂ ਨੇ ਇਸ ਚੀਜ਼ ਦਾ ਪ੍ਰਚਾਰ ਵੀ ਕੀਤਾ ਸੀ। ਸੋ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆ ਗਿਆ, ਫਿਰ ਉਸ ਵਕਤ ਥੋੜ੍ਹੇ ਜਿਹੇ ਗੁਰਦੁਆਰੇ ਸੀ, ਹਾਲੇ ਹੋਰ ਇਤਿਹਾਸਿਕ ਗੁਰਦੁਆਰੇ ਸੀ ਜਿਹੜੇ ਲੈਣੇ ਸੀ ਤੇ ਉਹ ਗੁਰਦੁਆਰੇ ਲੈਣ ਵਾਸਤੇ ਇੱਕ ਵੋਲੰਟੀਅਰ ਫੋਰਸ ਦੀ ਜ਼ਰੂਰਤ ਸੀ। ਔਰ ਉਹ ਵੋਲੰਟੀਅਰ ਫੋਰਸ ਜਿਹੜੀ ਤਿਆਰ ਕੀਤੀ ਗਈ ਸੀ ਉਹ ਸ਼੍ਰੋਮਣੀ ਅਕਾਲੀ ਦਲ ਸੀ। ਸੋ ਅਕਾਲੀ ਦਲ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀ ਉਪਜ ਹੈ ਔਰ ਇਹਨਾਂ ਨੇ ਅਕਾਲੀ ਦਲ ਨੇ ਉਸ ਵੇਲੇ ਬੜਾ ਯੋਗਦਾਨ ਪਾਇਆ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਵਾਸਤੇ। ਹੁਣ ਜਦੋਂ ਸਾਰੇ ਗੁਰਦੁਆਰੇ ਇੱਕ ਜਗ੍ਹਾ ਹੋ ਗਏ ਤੇ ਇਹਦਾ ਇੱਕ ਪ੍ਰਬੰਧ ਯੂਨੀਫਾਰਮ ਪ੍ਰਬੰਧ ਚਲਾਉਣ ਵਾਸਤੇ ਮਹਿਸੂਸ ਕੀਤਾ ਗਿਆ ਕਿ ਜਿਹੜੀ ਹਰ ਕੋਈ ਵੱਖ-ਵੱਖ ਮਰਿਆਦਾ ਫੋਲੋ ਕਰ ਰਿਹਾ ਹੈ, ਕੌਮੀ ਤੇ ਪੰਥਕ ਮਰਿਆਦਾ ਤਾਂ ਇੱਕ ਹੋਣੀ ਚਾਹੀਦੀ ਹੈ। ਸੋ ਉਹਦੇ ਵਾਸਤੇ ਵੀ ਇੱਕ 1900 ਮੇਰਾ ਖਿਆਲ 35 ਦੇ ਵਿੱਚ ਸ਼ਾਇਦ 30 ਦੇ ਵਿੱਚ ਇੱਕ ਕਮੇਟੀ ਬਣਾਈ ਗਈ ਜਿਹਨੂੰ ਇਹ ਕਾਰਜ ਦਿੱਤਾ ਗਿਆ ਕਿ ਜਿੰਨੇ ਪੁਰਾਣੇ ਰਹਿਤਨਾਮੇ ਜਿੰਨੇ ਪੁਰਾਣੇ ਟ੍ਰੈਡੀਸ਼ਨਸ ਹਨ ਉਹਨਾਂ ਸਾਰਿਆਂ ਨੂੰ ਸਟੱਡੀ ਕਰਕੇ ਤੇ ਇੱਕ ਪੰਥਕ ਜਿਹੜੀ ਹੈ ਰਹਿਤ ਮਰਿਆਦਾ ਤਿਆਰ ਕੀਤੀ ਜਾਏ। ਸੋ ਉਸ ਵਕਤ ਬਹੁਤ ਜਥੇਬੰਦੀਆਂ ਜੋ ਸੰਪਰਦਾਵਾਂ ਸੀ ਜਾਂ ਜਿਹੜੇ ਸਿੱਖ ਆਪਣੇ ਸਕਾਲਰਸ ਹੈਗੇ ਸੀ, ਸਾਰਿਆਂ ਦੀ ਇਨਪੁਟ ਦੇ ਨਾਲ ਇੱਕ ਖਰੜਾ ਤਿਆਰ ਕੀਤਾ ਗਿਆ। ਫਿਰ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਤੇ ਪ੍ਰਵਾਨ ਕਰਕੇ ਜੋ ਅੱਜ ਸਿੱਖ ਰਹਿਤ ਮਰਿਆਦਾ ਹੈ ਉਹ ਅਕਾਲ ਤਖਤ ਸਾਹਿਬ ਤੇ ਪ੍ਰਵਾਨ ਹੋਈ ਔਰ ਲਾਗੂ ਕੀਤੀ ਗਈ। ਪਰ ਉਸ ਵੇਲੇ ਕਿਹਾ ਜਾਂਦਾ ਕਿ ਦਸਵੰਧ ਕੱਢਣੀ ਵੀ ਜ਼ਰੂਰੀ ਹੈ ਇੱਕ ਸਿੱਖ ਵਾਸਤੇ। ਇਹ ਤਾਂ ਜੀ ਮਰਿਆਦਾ ਜਿਹੜੀ ਹੈ ਇਹ ਕੋਈ ਨਵੀਂ ਨਹੀਂ ਸੀ ਬਣੀ। ਜਿਹੜੇ ਰਹਿਤਨਾਮੇ ਚੱਲ ਰਹੇ ਸੀ ਉਹਨਾਂ ਰਹਿਤਨਾਮਿਆਂ ਦੇ ਵਿੱਚ ਇਹ ਗੱਲਾਂ ਸੀ ਤੇ ਜਿਹੜੀ ਦਸਵੰਧ ਵਾਲੀ ਗੱਲ ਹੈ ਇਹ ਵੀ ਪਿੱਛੇ ਰਹਿਤਨਾਮਿਆਂ ਚੋਂ ਚਲੀ ਆਂਦੀ ਹੈ। ਇਹ ਪੁਰਾਣਾ ਟ੍ਰੈਡੀਸ਼ਨ ਹੈ ਸਿੱਖੀ ਦਾ। ਪਰ ਹੁਣ ਜਿਸ ਤਰ੍ਹਾਂ ਗੱਲ ਕਰੀ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣੀ, ਉਹ ਕਦੋਂ ਤੋਂ ਫਿਰ ਅਲੱਗ? ਕਿਉਂਕਿ ਪਹਿਲੇ ਆਜ਼ਾਦੀ ਤੋਂ ਪਹਿਲੇ ਤੇ ਸਭ ਕੁਝ ਇਕੱਠਾ ਸੀ, ਗੁਰਦੁਆਰੇ ਸਾਰੇ ਇਕੱਠੇ ਸੀਗੇ, ਤੇ ਉਹ ਫਿਰ ਕਿਸ ਤਰ੍ਹਾਂ ਅਲੱਗ ਹੋਈ? ਮੈਂ ਵੱਡਿਆਂ ਤੋਂ ਸੁਣਿਆ ਕਿ ਜਦੋਂ ਪਾਰਟੀਸ਼ਨ ਹੋਈ ਸੀ ਉਸ ਵਕਤ ਜ਼ਿਆਦਾਤਰ ਲੋਕਾਂ ਦੇ ਮਨਾਂ 'ਚ ਇਹ ਸੀ ਕਿ ਇਹ ਜਿਹੜੀ ਹਿੰਸਾ ਹੋ ਰਹੀ ਹੈ, ਜਿਹੜਾ ਵਖਰੇਵਾਂ ਹੈ, ਇਹ ਵਕਤੀ ਹੈ ਤੇ ਮੁੜ ਆਣਾ ਜਾਣਾ ਜਿਹੜਾ ਬਣਿਆ ਰਹੇਗਾ। ਬਾਰਡਰ ਇੰਨਾ ਸਖਤ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਅੱਜ ਹੋ ਗਿਆ ਹੈ। ਤੇ ਉਸ ਵਕਤ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਸ਼੍ਰੋਮਣੀ ਕਮੇਟੀ ਕੋਲ ਹੀ ਸੀ। ਜਿਹੜਾ ਨਨਕਾਣਾ ਸਾਹਿਬ ਦਾ ਮੈਨੇਜਰ ਲਾਇਆ ਜਾਂਦਾ ਸੀ ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਜਾਂਦਾ ਸੀ। ਇਹ ਜਿਹੜੀ 1965 ਦੀ ਪਾਕਿਸਤਾਨ ਦੇ ਨਾਲ ਜੰਗ ਹੋਈ ਉਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਤੋਂ ਉਧਰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਰਹੀ। ਤੇ ਉਸ ਤੋਂ ਬਾਅਦ ਜਦੋਂ ਮੇਰੇ ਖਿਆਲ ਖਾਲਸੇ ਦੇ 300 ਸਾਲਾਂ ਤੇ 2000 ਦੇ ਕਰੀਬ ਹੋਏਗਾ ਜਦੋਂ ਕਿ ਔਕਾਫ ਬੋਰਡ ਜਿਹੜਾ ਕਿ ਇਵੈਕੂਈ ਪ੍ਰਾਪਰਟੀ ਬੋਰਡ ਪਾਕਿਸਤਾਨ ਦੇ ਵਿੱਚ ਹੈ ਤੇ ਗੁਰਦੁਆਰਿਆਂ ਦੀ ਦੇਖ ਰੇਖ ਕਰਦਾ ਹੈ, ਉਹਨਾਂ ਨੇ ਇੱਕ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੀ ਜਥੇਬੰਦੀ ਖੜੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਵੀ ਸਾਡੇ ਕੋਲ ਇੱਥੇ ਪਾਕਿਸਤਾਨ ਦੇ ਵਿੱਚ ਵੀ ਸਿੱਖ ਵਸਦੇ ਤੇ ਇਹ ਇਹਨਾਂ ਗੁਰਦੁਆਰਿਆਂ ਨੂੰ ਸੰਭਾਲਣਗੇ। ਸੋ ਪਾਕਿਸਤਾਨ ਦੀ ਜਿਹੜੀ ਕਮੇਟੀ ਹੈ ਉਸ ਵੇਲੇ ਹੋਂਦ ਵਿੱਚ ਆਈ, ਪਰ ਪਾਰਟੀਸ਼ਨ ਕਰਕੇ ਇੱਕ ਦੂਸਰਾ ਮੁਲਕ ਹੋਣ ਕਰਕੇ ਸ਼੍ਰੋਮਣੀ ਕਮੇਟੀ ਕੋਲ ਉਹ ਜਿਹੜੇ ਇਤਿਹਾਸਿਕ ਸੀ ਗੁਰਦੁਆਰੇ ਸੀ ਉਹ ਖੁੱਸ ਗਏ। ਹੁਣ ਅਸੀਂ ਗੱਲ ਕਰਾਂਗੇ ਅੱਜ ਦੇ ਮਾਹੌਲ ਦੀ, ਕਿਉਂਕਿ 100 ਸਾਲ ਦਾ ਲੰਬਾ ਸਮਾਂ ਹੋ ਚੁੱਕਾ ਹੈ। ਤੁਸੀਂ ਬੜੀ ਸੋਹਣੇ ਤਰੀਕੇ ਨਾਲ, ਸੱਜੇ ਤਰੀਕੇ ਨਾਲ ਵਿਆਖਿਆ ਕੀਤੀ ਕਿ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਸੀ, ਸ਼੍ਰੋਮਣੀ ਅਕਾਲੀ ਦਲ।
ਅੱਜ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ 'ਚ ਤੇ ਉਸ ਟਾਈਮ ਦੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਲ 'ਚ ਕੀ ਫਰਕ ਹੈ? ਕਿਉਂਕਿ ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ ਦੀ ਕੁਰਬਾਨੀ ਸਾਰੀ ਦੁਨੀਆ ਜਾਣਦੀ ਹੈ, ਖੜਕ ਸਿੰਘ ਹਰਾਂ ਬਾਰੇ ਤੁਸੀਂ ਦੱਸਿਆ, ਤੇ ਅੱਜ ਜਿਹੜੇ ਪ੍ਰਧਾਨ ਨੇ, ਅੱਜ ਜਿਹੜੇ ਕਾਬਜ ਨੇ, ਉਹਨਾਂ 'ਚ ਕਿੰਨਾ ਕੁ ਫਰਕ ਹੈ? ਜਿਸ ਭਾਵਨਾ ਦੇ ਨਾਲ ਇਹ ਲਹਿਰ ਚੱਲੀ ਸੀ, ਅੱਜ ਉਸ ਭਾਵਨਾ ਨੂੰ ਸੁਰਜੀਤ ਕਰਨ ਦੀ ਜ਼ਰੂਰਤ ਹੈ। ਕਿਉਂਕਿ ਉਸ ਵਕਤ ਜਿਹੜਾ ਇਸ ਲਹਿਰ ਦੇ ਵਿੱਚ ਆਂਦਾ ਸੀ, ਜਿਹੜਾ ਅਕਾਲੀ ਬੰਦਾ ਸੀ, ਉਹਨੂੰ ਇਹ ਕਿਹਾ ਜਾਂਦਾ ਸੀ ਜੇ ਤੂੰ ਕੁਰਬਾਨੀ ਦੇਣੀ ਹੈ, ਪੰਥ ਲਈ ਕੁਰਬਾਨੀ ਦੇਣੀ ਹੈ, ਤੇ ਤੂੰ ਸ਼ਾਮਲ ਹੋ ਜਾ। ਉਸ ਵੇਲੇ ਇਹ ਨਹੀਂ ਸੀ ਤਾਂ ਕਿ ਕੋਈ ਸਾਨੂੰ ਵਜ਼ੀਰੀਆਂ ਮਿਲਣਗੀਆਂ, ਕੋਈ ਪਾਵਰ ਮਿਲੇਗੀ, ਕੋਈ ਰੁਤਬੇ ਮਿਲਣਗੇ। ਨਿਰੋਲ ਕੁਰਬਾਨੀ ਦੀ ਭਾਵਨਾ ਦੇ ਨਾਲ ਉਸ ਵਕਤ ਸਿੱਖ ਪਾਰਟੀ ਦੇ ਨਾਲ ਜੁੜਦੇ ਸੀ। ਪਰ ਅੱਜ ਜਦੋਂ ਕਿਸੇ ਨੇ ਸ਼ਾਮਲ ਹੋਣਾ ਹੁੰਦਾ, ਪਹਿਲੇ ਇਹ ਪੁੱਛਦਾ ਹੈ ਕਿ ਮੈਨੂੰ ਦਿਓਗੇ ਕੀ। ਅੱਜ ਪਹਿਲਾ ਸਵਾਲ ਹੁੰਦਾ ਮੈਨੂੰ ਕੀ ਦਿਓਗੇ, ਔਰ ਪਹਿਲੀ ਭਾਵਨਾ ਇਹ ਸੀ ਕਿ ਮੈਂ ਕੌਮ ਲਈ ਕੁਰਬਾਨ ਹੋਣਾ। ਇੰਨਾ ਕੀ ਫਰਕ ਹੈ? ਪਰ ਨਿਗਾਰ ਆ, ਇਹ ਤਾਂ ਸਮੁੱਚੇ ਜੋ ਸਮਾਜ ਦੇ ਵਿੱਚ ਨਿਗਾਰ ਹੈ, ਉਹੀ ਨਿਗਾਰ ਸਾਡੇ ਦੇ ਵਿੱਚ ਵੀ ਆ ਗਿਆ। ਮੈਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੀਆਂ ਹੋਰ ਜਿਹੜੇ ਪਤਵੰਤੇ ਸੱਜਣ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ। ਬਿਲਕੁਲ ਨਿਗਾਰ ਹੈ ਜੀ, ਕਿਉਂਕਿ ਜਿੰਨਾ ਅਸੀਂ ਪਿਛਲੇ ਸਮਿਆਂ ਦੇ ਵਿੱਚ ਪ੍ਰਧਾਨਾਂ ਦੀ ਕਾਰਜਸ਼ੈਲੀ ਦੇਖੀ ਹੈ, ਉਹਨਾਂ ਵਿੱਚ ਹੌਲੀ ਹੌਲੀ ਜਿਹੜੇ ਸਿਆਸੀ ਮੁਫਾਦ ਹਨ ਉਹ ਹਾਵੀ ਹੁੰਦੇ ਰਹੇ ਔਰ ਧਰਮ ਪਿੱਛੇ ਹੁੰਦਾ ਰਿਹਾ। ਜਦ ਕਿ ਪਹਿਲੇ ਸ਼੍ਰੋਮਣੀ ਕਮੇਟੀ ਸਿੱਖ ਧਰਮ ਨੂੰ ਔਰ ਸਿੱਖ ਸਿਧਾਂਤ ਨੂੰ ਪਹਿਲੇ ਰੱਖਦੀ ਸੀ ਔਰ ਸਿਆਸਤ ਉਹਦੇ ਪਿੱਛੇ ਚੱਲਦੀ ਸੀ। ਜੀ, ਮੇਰੀ ਪੀਰੀ ਦਾ ਵੀ ਸਿਧਾਂਤ ਹੀ ਹੈ। ਮੀਰੀ ਪੀਰੀ ਦਾ ਸਿਧਾਂਤ ਇਹ ਹੈ ਜੀ ਕਿ ਮਾਸਟਰ ਤਾਰਾ ਸਿੰਘ ਜੀ ਕਿਹਾ ਕਰਦੇ ਸੀ ਕਿ ਵੀ ਜਿਹੜੇ ਬੰਦੇ ਕਹਿੰਦੇ ਨੇ ਜੀ ਕਿ ਤੁਸੀਂ ਪੋਲਿਟਿਕਸ ਤੇ ਧਰਮ ਨੂੰ ਵੱਖਰਾ ਕਰੋ, ਤੇ ਉਹ ਕਹਿੰਦੇ ਪੋਲਿਟਿਕਸ ਧਰਮ ਬਗੈਰ ਚੱਲ ਹੀ ਨਹੀਂ ਸਕਦੀ। ਕਿਉਂਕਿ ਜੇ ਤੁਸੀਂ ਕਹਿੰਦੇ ਹੋ ਪੋਲਿਟਿਕਸ ਵਿੱਚ ਤਾਂ ਝੂਠ ਚੱਲਦਾ ਹੈ, ਤੇ ਝੂਠ ਦੇ ਨਾਲ ਤੁਸੀਂ 4 ਪੈਸੇ ਜ਼ਰੂਰ ਬਣਾ ਲੋਗੇ ਪਰ ਕਿਸੇ ਦਾ ਸਵਾਰ ਕੁਝ ਨਹੀਂ ਸਕੋਗੇ। ਅੱਜ ਕੀ ਮਾਹੌਲ ਹੈ? ਅੱਜ ਤਾਂ ਜੀ ਸਾਰਿਆਂ ਦੇ ਸਾਹਮਣੇ ਹੈ ਮਾਹੌਲ ਜਿਹੜਾ। ਅੱਜ ਪੈਸਾ ਪ੍ਰਧਾਨ ਮਾਹੌਲ ਹੈ। ਅੱਜ ਅੱਗੇ ਨਿਰਮਾਣਤਾ ਵੱਲ ਉਤਸ਼ਾਹਿਤ ਕੀਤਾ ਜਾਂਦਾ ਸੀ, ਅੱਜ ਹਉਮੈ ਜਿਹੜੀ ਹੈ ਉਹ ਬੜੀ ਪ੍ਰਬਲ ਹੋ ਗਈ ਹੈ। ਦੂਸਰਾ ਗੱਲ ਕਰੀਏ ਤੇ ਅੱਜ ਕੀ ਚੈਲੰਜਸ ਨੇ ਸ਼੍ਰੋਮਣੀ ਕਮੇਟੀ? ਕਿਉਂਕਿ ਉਸ ਵੇਲੇ ਬਹੁਤ ਵੱਡਾ ਚੈਲੰਜ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੰਨਤਾ ਕੋਲੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਉਣ ਦੀ ਗੱਲ ਕੀਤੀ ਜਾਂਦੀ ਹੈ, ਜਾਂ ਇੱਕ ਫਾਰਮੇਸ਼ਨ ਆਫ ਸਿਕਸ ਜਿਹੜੀ ਨਹੀਂ ਉਸ ਟਾਈਮ ਦੇ ਉੱਤੇ ਹੋਈ। ਸ਼੍ਰੋਮਣੀ ਅਕਾਲੀ ਦਲ ਵੀ ਇੱਕ ਯੂਨੀਫਾਰਮ ਜਿਹੜੀ ਇੱਕ ਫੋਰਸ ਤਿਆਰ ਕੀਤੀ ਗਈ, ਲੇਕਿਨ ਅੱਜ ਜਿਹੜੇ ਚੈਲੰਜਸ ਨੇ ਉਹ ਕੀ ਨੇ? ਅੱਜ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੈਗਾ ਕਿ ਜਿੱਥੇ ਸ਼੍ਰੋਮਣੀ ਕਮੇਟੀ ਗੁਰੂ ਦਾ ਨਾਂ ਲੈ ਕੇ ਚੱਲਦੀ ਸੀ, ਅੱਜ ਸਿੱਖ ਕੌਮ ਨੇ ਸ਼੍ਰੋਮਣੀ ਕਮੇਟੀ ਨੂੰ ਗੁਰੂ ਦਾ ਨਾਂ ਲੈ ਕੇ ਹੀ ਕਟਹਿਰੇ 'ਚ ਖੜਾ ਕਰ ਦਿੱਤਾ ਹੈ। ਭਾਵੇਂ ਬਰਗਾੜੀ ਵਿੱਚ ਜੋ ਹੋਇਆ, ਉਹਦੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹਨੂੰ ਸੌਦੇ ਸਾਧ ਨੂੰ ਮਾਫੀ ਦਿੱਤੀ ਗਈ, ਜਿਹੜਾ ਸ਼੍ਰੋਮਣੀ ਕਮੇਟੀ ਨੂੰ ਨੇ ਉਹਦੀ ਪ੍ਰੋੜਤਾ ਕਰਦਾ ਇਸ਼ਤਿਹਾਰ ਦਿੱਤਾ, ਉਸ ਤੋਂ ਬਾਅਦ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਬੀੜਾ ਘਟਣ ਦੀ ਸ਼੍ਰੋਮਣੀ ਕਮੇਟੀ ਰਿਕਾਰਡ ਦੇ ਵਿੱਚ ਗੱਲ ਆਈ, ਇਹ ਸਾਰੀਆਂ ਗੱਲਾਂ ਨੇ ਰਲ ਮਿਲ ਕੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਹੈ। ਔਰ ਜਿਸਨੇ ਗੁਰੂ ਦੀ ਗੱਲ ਕਰਨੀ ਸੀ ਉਹਨੂੰ ਹੀ ਬੇਗੁਰਾ ਕਰ ਦਿੱਤਾ ਹੈ, ਨਿਗੁਰਾ ਕਰ ਦਿੱਤਾ ਹੈ। ਸਮਝਦੇ ਹੋ ਕਿ ਸਿੱਖ ਪਾਰਲੀਮੈਂਟ ਆਪਣੀ ਹੈ? ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਤੇ ਸਿੱਖ ਪਾਰਲੀਮੈਂਟ ਆਪਣੀ ਹੋਵੇ, ਤੇ ਫਿਰ ਵੀ ਸਿੱਖਾਂ ਨੂੰ ਚੈਲੰਜਸ ਹੋਣ। ਇਹ ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਸ਼ੁਰੂ ਵਿੱਚ ਸ਼੍ਰੋਮਣੀ ਕਮੇਟੀ ਬਣੀ ਹੈ, ਉਦੋਂ ਬਕਾਇਦਾ ਇੱਕ ਪਾਰਲੀਮੈਂਟਰੀ ਸਿਸਟਮ ਸੀ। ਜਨਰਲ ਹਾਊਸ ਦਾ ਇਜਲਾਸ ਹੈ, ਉਹਦੇ ਵਿੱਚ ਹਰ ਮੈਂਬਰ ਨੂੰ ਬੋਲਣ ਦੀ ਇਜਾਜ਼ਤ ਸੀ। ਕੋਈ ਮੁੱਦਾ ਰੱਖਦਾ ਸੀ, ਉਹਦੀ ਕੋਈ ਪ੍ਰੋੜਤਾ ਕਰਦਾ ਸੀ, ਔਰ ਹਾਊਸ ਵਿੱਚ ਵਿਚਾਰ ਹੋ ਕੇ ਸਾਰੀ ਰਿਕਾਰਡਿੰਗ ਕਰਕੇ ਤੇ ਫਿਰ ਬਕਾਇਦਾ ਉਹ ਗੱਲਾਂ ਪ੍ਰਵਾਨ ਹੁੰਦੀਆਂ ਸੀ। ਹੁਣ ਮੈਂ ਜਦੋਂ ਦੀ ਸ਼੍ਰੋਮਣੀ ਕਮੇਟੀ ਮੈਂਬਰ ਬਣੀ ਆ, ਅਸੀਂ ਦੇਖ ਰਹੇ ਹਾਂ ਕਿ ਜਿਹੜੇ ਹਾਊਸ ਦੇ ਵਿੱਚ ਜੋ ਮੈਂਬਰਾਂ ਨੇ ਡਿਸਕਸ ਕਰਨਾ ਹੈ, ਜੋ ਮਤੇ ਤਿਆਰ ਹੋਣੇ ਚਾਹੀਦੇ ਨੇ, ਉਹ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮ ਲਿਖਦੇ ਹੈਗੇ ਨੇ, ਤੇ ਉਸ ਪ੍ਰਧਾਨ ਨੇ ਪੜ੍ਹ ਦੇਣੇ ਨੇ। ਮੈਂਬਰਾਂ ਕੋਲ ਸਿਰਫ ਹੱਥ ਖੜੇ ਕਰਕੇ ਜਕਾਰੇ ਛਡਾ ਲੈਂਦੇ ਹੈਗੇ ਨੇ। ਸੋ ਜਿਹੜਾ ਇੱਕ ਸੰਵਾਦ ਦਾ, ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਹਰ ਮੈਂਬਰ ਨੂੰ ਬੋਲਣ ਦਾ ਅਧਿਕਾਰ ਔਰ ਉਹਦਾ ਨੋਟਿਸ ਲੈਣਾ, ਗੱਲਾਂ ਹਰ ਕੋਈ ਆਪਣੇ ਇਲਾਕੇ ਦੀ ਲੈ ਕੇ ਆਉਂਦਾ, ਕੋਈ ਗੱਲ ਕਹਿਣਾ ਚਾਹੁੰਦਾ ਤੇ ਖੜਾ ਹੋ ਕੇ ਗੱਲ ਕਹਿੰਦਾ, ਉਹ ਜਿਹੜਾ ਪਲੇਟਫਾਰਮ ਮਨਫੀ ਹੋਣ ਦੇ ਕਾਰਨ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਪਾਰਲੀਮੈਂਟਰੀ ਸਿਸਟਮ ਸੀ ਉਹ ਵੀ ਖਤਮ ਹੋ ਗਿਆ ਹੋਇਆ ਹੈ। ਤਾਂ ਹੁਣ ਸਮਝਦੇ ਹੋ ਕਿ ਇਸ ਵਕਤ ਸ਼੍ਰੋਮਣੀ ਕਮੇਟੀ ਇੱਕ ਚੰਗੇ ਦੌਰ 'ਚ ਹੈ ਜਾਂ ਬੁਰੇ ਦੌਰ 'ਚ ਹੈ? ਸ਼੍ਰੋਮਣੀ ਕਮੇਟੀ ਦਾ
ਜੋ ਇਸ ਵੇਲੇ ਹਾਲਾਤ ਹਨ ਉਹ ਤਾਂ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾਓ ਕਿ ਸ਼੍ਰੋਮਣੀ ਕਮੇਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਹੀ ਬਹਿ ਗਈਆਂ ਧਰਨਿਆਂ ਤੇ। ਸਿਆਸੀਕਰਨ ਹੋਇਆ, ਬਿਲਕੁਲ ਹੋਇਆ। ਕਿੰਨਾ ਖਤਰਨਾਕ ਹੈ ਕੌਮ ਵਾਸਤੇ। ਹਮੇਸ਼ਾ ਜਿਹੜਾ ਲੀਡਰ ਹੁੰਦਾ ਹੈ ਇਹ ਉਹਦੇ ਤੇ ਮੁਨਸਰ ਹੁੰਦਾ ਹੈ ਕਿ ਉਹ ਕੌਮ ਨੂੰ ਸੇਧ ਕੀ ਦੇ ਰਿਹਾ। ਸੋ ਇਹ ਜਿਹੜਾ ਵੀ ਲੀਡਰ ਹੈ ਇਹ ਉਹਦੀ ਕਾਰਜਸ਼ੈਲੀ ਤੋਂ ਸਾਹਮਣੇ ਸਪਸ਼ਟ ਹੁੰਦਾ ਹੈ ਕਿ ਉਹ ਦਿਸ਼ਾ ਕੀ ਦੇ ਰਿਹਾ ਹੈ। ਇਹ ਤਾਂ ਆਮ ਸਿੱਖ ਨੇ ਤੇ ਦੇਖਣਾ ਹੈ ਉਹ ਮੰਨੀ ਹੈ ਕਿ ਨਹੀਂ ਮੰਨੀ। ਪਰ ਤੁਸੀਂ ਸਮਝਦੇ ਹੋ ਕਿ ਅੱਜ ਵੀ ਜਿਹੜਾ ਫੰਕਸ਼ਨ ਹੈ ਕਿਤੇ ਨਾ ਕਿਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਫੰਕਸ਼ਨ ਹੈ? ਅੱਜ ਦਾ ਪ੍ਰੋਗਰਾਮ ਦਾ ਹੁਣ ਮੈਨੂੰ ਹੀ ਲੈ ਲਓ ਕਿ ਮੈਨੂੰ ਕਾਰਡ ਆਇਆ ਸ਼੍ਰੋਮਣੀ ਕਮੇਟੀ ਵੱਲੋਂ ਕਿ ਇਸ ਤਰੀਕ ਨੂੰ ਅਖੰਡ ਪਾਠ ਸ਼ੁਰੂ ਹੋ ਰਿਹਾ ਹੈ, ਇਸ ਤਰੀਕ ਨੂੰ ਸਮਾਪਤੀ ਹੈ, ਤੇ ਪ੍ਰੋਗਰਾਮ ਕੀ ਹੈ? ਕੀਰਤਨ ਹੋਏਗਾ, ਢਾਡੀ ਜਥਾ ਹੋਏਗਾ, ਫਿਰ ਪੰਥਕ ਵਿਚਾਰਾਂ ਹੋਣਗੀਆਂ, ਕਿਸੇ ਦਾ ਨਾਂ ਨਹੀਂ। ਜੇ ਕੌਮ ਸਾਰੀ ਨੇ ਰਲ ਕੇ ਕੁਰਬਾਨੀਆਂ ਕਰਕੇ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ, ਕੀ ਇਹੋ ਜਿਹੇ ਉਹ ਪਰਿਵਾਰ ਅੱਜ ਨਹੀਂ ਹੈਗੇ ਜਿਨ੍ਹਾਂ ਨੇ ਹਿੱਸਾ ਪਾਇਆ ਸੀ ਇਹਨਾਂ ਕੁਰਬਾਨੀਆਂ ਦੇ ਵਿੱਚ? ਕੀ ਉਹਨਾਂ ਨੂੰ ਕੋਈ ਵਿਸ਼ੇਸ਼ ਸੱਦਾ ਗਿਆ? ਮਾਸਟਰ ਤਾਰਾ ਸਿੰਘ ਜੀ ਨੂੰ ਤਾਂ ਯਾਦ ਵੀ ਨਹੀਂ ਕੀਤਾ ਜਾਂਦਾ ਹੁਣ। ਹਾਂਜੀ, ਬਿਲਕੁਲ ਨਹੀਂ ਕੀਤਾ ਜਾਂਦਾ ਜੀ, ਕਿਉਂਕਿ ਉਹ ਪੋਲੀਟੀਕਲੀ ਸੂਟ ਨਹੀਂ ਕਰਦਾ। ਮਤਲਬ ਪਰ ਫਿਰ ਹੋਂਦ ਜਿਹੜੀ ਹੈ ਉਹ ਤੇ ਸਵਾਲ ਖੜਾ ਹੋ ਰਿਹਾ। ਇਹ ਤੇ ਕੀ ਸਵਾਲ ਖੜਾ ਹੋਣਾ ਜੀ? ਦੇਖੋ, ਜੇ ਜਿਸ ਵਿਅਕਤੀ ਨੇ ਆਪਣੇ ਸਮੇਂ ਜੋ ਕਰਨਾ ਸੀ ਉਹਨਾਂ ਨੇ ਕਰ ਲਿਆ, ਉਹ ਕਰ ਗੁਜ਼ਰੇ। ਇਹ ਤਾਂ ਜਿਹੜੇ ਅੱਜ ਪ੍ਰਬੰਧਕ ਹਨ, ਹੁਣ ਤਾਂ ਇਹਨਾਂ ਨੇ ਜੋ ਕਰਨਾ ਹੈ ਉਹਦਾ ਮਾਸਟਰ ਜੀ ਦੀ ਕਰਨੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਤਾਂ ਆਪਣਾ ਇਤਿਹਾਸ ਬਣਾ ਗਏ, ਪਰ ਹੁਣ ਨਹੀਂ, ਅੱਗੇ ਨਹੀਂ, ਇਹਨਾਂ ਨੂੰ ਅੱਗੇ ਲੈ ਕੇ ਨਹੀਂ ਜਾ ਸਕੇ। ਉਹ ਇਤਿਹਾਸ, ਉਹ ਸੋਚ, ਉਹ ਭਾਵਨਾ ਜਿਹੜੀ ਹੈ ਉਹ ਅੱਗੇ ਨਹੀਂ ਆਈ। ਸ਼ੁਕਰੀਆ ਜੀ। ਤੋਂ ਅਸੀਂ ਬੀਬੀ ਕਿਰਨਜੋਤ ਕੌਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਤਾਂ ਇੱਕ ਸ਼੍ਰੋਮਣੀ ਕਮੇਟੀ ਦੇ ਵਡਮੁੱਲੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਾਂ, ਤੇ ਨਾਲ ਹੀ ਨਾਲ ਅੱਜ ਜੋ ਕੁਝ ਗਿਰਾਵਟ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਉਹਦੇ ਬਾਰੇ ਵੀ ਚਰਚਾ ਕੀਤੀ ਕਿ ਕਿਸ ਤਰੀਕੇ ਨਾਲ ਅੱਜ ਸਿਆਸੀ ਮਾਹੌਲ ਹੈ ਅਤੇ ਕਿਸ ਤਰ੍ਹਾਂ ਅੱਜ ਸ਼੍ਰੋਮਣੀ ਕਮੇਟੀ ਵਰਕ ਕਰ ਰਹੀ ਹੈ। ਉਹ ਕਿਤੇ ਨਾ ਕਿਤੇ 1925 ਦਾ ਜਿਹੜਾ ਐਕਟ ਸੀਗਾ ਉਹਨੂੰ ਖੋਰਾ ਲਾ ਰਹੀ ਹੈ। ਲੇਕਿਨ ਸਵਾਲ ਬਣੇ ਨੇ, ਹਰ ਕੋਈ ਵਿਅਕਤੀ ਆਪਣੇ ਆਪ ਨਾਲ ਗੱਲ ਕਰ ਰਿਹਾ, ਲੇਕਿਨ 100 ਸਾਲਾਂ ਦੀ ਇੱਕ ਸਵਰਨਤਮ ਇਤਿਹਾਸ ਅਤੇ ਅੱਜ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਮੇਟੀ ਕੰਮ ਕਰ ਰਹੀ ਹੈ ਉਹਦੀ ਵੀ ਇੱਕ ਵਿਸਤ੍ਰਿਤ ਰਿਪੋਰਟ ਅੱਜ ਅਸੀਂ ਪੇਸ਼ ਕੀਤੀ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਅੰਮ੍ਰਿਤਸਰ।